हाँ जी। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਇੱਕ ਭੈਣ ਦੇ ਨਾ ਕੁਝ ਸਵਾਲ ਹੈਗੇ ਸੀਗੇ। ਭੈਣ ਕਹਿ ਰਹੀ ਸੀਗੀ ਕਿ ਯੂਨੀਅਨ ਆਗੂ ਜਿਹੜਾ ਹੈਗਾ ਉਹਨਾਂ ਨੇ ਕੈਡਰ ਦੇ ਬਾਰੇ ਕੁਝ ਸੋਚਿਆ ਨਹੀਂ ਜਾਂ ਅੱਗੇ ਦੀ ਪਲੈਨਿੰਗ ਨਹੀਂ ਕਰੀ, ਜਾਂ ਜਿਹੜੀ ਪਹਿਲਾਂ ਵਾਲੀ ਜਥੇਬੰਦੀ ਹੈਗੀ ਸੀਗੀ ਉਹਨਾਂ ਦੀ ਪਲੈਨਿੰਗ ਬਹੁਤ ਸੀ। ਤਾਂ ਭੈਣੇ, ਪਹਿਲਾਂ ਵਾਲੀ ਜਥੇਬੰਦੀ ਦੇ ਬਾਰੇ ਵਿੱਚ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ। ਮੈਂ ਪਹਿਲਾਂ ਵਾਲੀ ਜਥੇਬੰਦੀ ਦੇ ਵਿੱਚ ਹੀ ਕੰਮ ਕਰਿਆ ਸੀਗਾ। 4500 2005 ਦੀ ਤੁਸੀਂ ਗੱਲ ਕਰ ਰਹੇ ਹੋ, 2016 ਦੀ। ਤਾਂ ਅਸੀਂ ਉਸ ਸਮੇਂ ਦਾ, ਮੈਂ ਉਸ ਸਮੇਂ ਵੀ ਫਰੀਦਕੋਟ, ਚੰਡੀਗੜ੍ਹ, ਵੜੈਚ ਜੇਲ੍ਹ, ਉਸ ਸਮੇਂ ਵੀ ਟੈਂਕੀ, ਬਾਦਲ ਪਿੰਡ ਟੈਂਕੀ, ਮਰਨ ਵਰਤ ਵੀ, ਟਾਵਰ ਐਕਸ਼ਨ ਵੀ, ਬਹੁਤ ਕੁਛ ਕਰਿਆ ਹੈਗਾ ਸੀਗਾ। ਸੋ ਐਵੇਂ ਦੀ ਗੱਲ ਨਹੀਂ ਹੁੰਦੀ ਕਿ ਜਥੇਬੰਦੀ ਨੂੰ ਜਿਹੜਾ ਤੁਸੀਂ, ਮੈਂ 28 ਫਰਵਰੀ 2020 ਤੱਕ ਜਿਹੜਾ ਚੰਡੀਗੜ੍ਹ ਜਿਹੜੀਆਂ ਉਹ ਪੇਸ਼ੀਆਂ ਵੀ ਭੁਗਤੀਆਂ ਸੀਗੀਆਂ। ਸੋ ਤੁਹਾਨੂੰ ਅੱਗੇ ਦੀ ਗੱਲ ਦੱਸਦਾ ਕਿ ਇਹ ਪਹਿਲੀ ਜਥੇਬੰਦੀ ਹੈ ਕਿ ਜਿਹਨੇ ਲਗਾਤਾਰ ਜਿਹੜਾ ਹੈਗਾ ਉਹ ਦੀਪਕ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਉਹ ਕੈਡਰ ਦੇ ਬਾਰੇ ਵਿੱਚ ਜਿਹੜਾ ਹੈ ਉਹ ਲਗਾਤਾਰ ਐਫਰਟਸ ਕੀਤੇ, ਲਗਾਤਾਰ ਕੋਸ਼ਿਸ਼ਾਂ ਹੋਈਆਂ। 2364 ਸੀ ਜਿਸ ਦੇ ਵਿੱਚ ਵਿਭਾਗ ਦੀ ਜਾਂ ਉਸ ਸਮੇਂ ਦੀ ਜਿਹੜੀ ਸਰਕਾਰ ਹੈ ਤਾਂ ਉਹਨਾਂ ਦੀ ਨਲਾਇਕੀ ਹੈਗੀ ਸੀਗੀ ਕਿ ਸਰਵਿਸ ਰੂਲਾਂ ਦੇ ਅਗੇਂਸਟ ਜਾ ਕੇ ਭਰਤੀ ਦਿੱਤੀ, ਤਾਂ ਜਿਹਦੀ ਵਜ੍ਹਾ ਕਰਕੇ ਉਹ ਭਰਤੀ ਜਿਹੜੀ ਹੈ ਸਟਕ ਡਾਊਨ ਹੋਈ। ਤਾਂ ਉਸ ਤੋਂ ਬਾਅਦ ਜਿਹੜਾ ਇੱਕ ਲੰਬੀ ਲੜਾਈ ਜਿਹੜੀ ਹੈਗੀ ਹੈ ਉਹ NCT, ਯੂਨੀਅਨ ਆਫ ਇੰਡੀਆ, ਭਾਰਤ ਸਰਕਾਰ ਔਰ ਪੰਜਾਬ ਸਰਕਾਰ ਜਿਹੜੀ ਕਿ B.Ed ਨੂੰ ਪ੍ਰਾਇਮਰੀ ਦੀਆਂ ਪੋਸਟਾਂ ਦੇ ਵਿੱਚ ਕੰਸੀਡਰ ਕਰਾਉਣ ਦੇ ਲਈ ਤਤਪਰ ਸੀ। ਤਾਂ ਸਰਕਾਰ ਦੇ ਉਸ ਹੰਕਾਰ ਨੂੰ ਤੋੜ ਕੇ ਤਾਂ ਇਹ ਜਿਹੜਾ ਕੰਮ ਜਿਹੜਾ ਕਰਵਾਇਆ, ਨਰੋਲ ETT ਭਰਤੀ ਜਿਹੜੀ ਹੈ 6635 ਜਿਹੜੀ ਹੈ ਉਹ ਲਗਭਗ ਪੂਰੀ ਹੋਣ ਜਾ ਰਹੀ ਹੈਗੀ ਹੈ। ਤਾਂ ਦੇਖੋ, ਇਹ ਜਿਹੜੀ ਨਰੋਲ ETT ਭਰਤੀ ਪੂਰੀ ਹੋ ਰਹੀ ਹੈ ਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਸੀ। ਜਿਸ ਦੇ ਵਿੱਚ ਤੁਸੀਂ ਫੰਡ ਦੀ ਗੱਲ ਕਰ ਰਹੇ ਸੀਗੇ ਕਿ ਫੰਡ ਜਿਹੜਾ ਅਸੀਂ ਨੇ ਦਿੱਤਾ, ਤਾਂ ਉਸ ਫੰਡ ਦੀ ਵਰਤੋਂ ਜਿਹੜੀ ਹੈਗੀ ਹੈ ਉਹ ਧਰਨੇ ਚਲਾਉਣ ਦੇ ਲਈ, ਔਰ ਵਕੀਲਾਂ ਨੂੰ ਜਿਹੜਾ ਹੈਗਾ ਜੋ ਇੰਨੇ ਵਕੀਲ ਕਰੇ ਸੀਗੇ, ਇੱਕ ਇੰਨਾ ਕੰਪਲੀਕੇਟਡ ਮੈਟਰ ਹੈਗਾ ਸੀ। ਜਿਹੜੀ ਸੰਸਥਾ ਕਾਨੂੰਨ ਬਣਾਉਂਦੀ ਹੈਗੀ ਹੈ ਟੀਚਰ ਨੂੰ ਲੈ ਕੇ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਪਾਂ ਨੇ ਹਰਾਉਣਾ ਸੀਗਾ। ਜਦੋਂ 5 ਤੋਂ 6 ਸਟੇਟਾਂ ਦੇ ਵਿੱਚ B.Ed ਲੱਗ ਵੀ ਚੁੱਕੀ ਹੈਗੀ ਸੀਗੀ, ਜਦੋਂ ਕੁਝ ਥਾਵਾਂ ਤੇ B.Ed ਦੇ ਫੇਵਰ ਦੇ ਵਿੱਚ ਡਿਸੀਜ਼ਨ ਆ ਰਹੇ ਸੀਗੇ, ਕੁਝ ਥਾਵਾਂ ਤੇ ETT ਦੇ, ਔਰ B.Ed ਦੇ ਫੇਵਰ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਸੀ। NCT ਉਹਨਾਂ ਦੇ ਨਾਲ ਸੀ, ਯੂਨੀਅਨ ਆਫ ਇੰਡੀਆ ਉਹਨਾਂ ਦੇ ਨਾਲ ਸੀ। ਉਹੋ ਜਿਹੇ ਹਾਲਾਤਾਂ ਦੇ ਵਿੱਚੋਂ ਤੁਹਾਡੀ ਨਰੋਲ ETT ਭਰਤੀ ਲੈ ਕੇ ਆਉਣੀ ਕੋਈ ਛੋਟੀ ਮੋਟੀ ਭੈਣੇ ਗੱਲ ਨਹੀਂ ਹੈਗੀ ਸੀਗੀ। ਲੇਕਿਨ ਫਿਰ ਵੀ ਤੁਹਾਡੇ ਵੱਲੋਂ ਜੋ ਸਵਾਲ ਹੈ ਕਿ ਉਹਨਾਂ ਸਵਾਲਾਂ ਨੂੰ ਜੇਕਰ ਤੁਸੀਂ ਬਿਲਕੁਲ ਸਹੀ ਤਰੀਕੇ ਦੇ ਨਾਲ ਜੇ ਲੈ ਕੇ ਚੱਲੋਗੇ ਤਾਂ ਤੁਹਾਨੂੰ ਸਾਰੇ ਗੱਲਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰ ਮਿਲਣਗੇ। ਪਹਿਲੀ ਗੱਲ ਕਿ 2364 ਭਰਤੀ ਜਿਹੜੀ ਹੈ ਸਟਕ ਡਾਊਨ ਹੋਣਾ, ਜਿਹੜੀ ਕਿ ਕਿਸੇ ਵੀ ਇਨਸਾਨ ਨੂੰ ਇਹੋ ਜਿਹੀ ਹੋਪ ਨਹੀਂ ਸੀਗੀ ਕਿ ਇਹ ਭਰਤੀ ਜਿਹੜੀ ਹੈਗੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਉਹਦੇ 'ਚ ਇਹ ਵਾਲੀ ਜਿਹੜੀ ਹੈ ਸਮੱਸਿਆ ਆ ਜਾਊਗੀ। ਤਾਂ ਉਹ ਬਹੁਤ ਵੱਡਾ ਝਟਕਾ ਹੈਗਾ ਸੀਗਾ ਯੂਨੀਅਨ ਦੇ ਲਈ ਔਰ ਸਾਰੇ ਹੀ ਸਾਥੀਆਂ ਦੇ ਲਈ, ਕਿਉਂਕਿ 6635 ਪੋਸਟਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਸੀਗਾ ਕਿ 6635 ਲੱਗਣੇ ਸੀਗੇ, ਲੇਕਿਨ ਆਪਾਂ 9022 ਪੋਸਟਾਂ ਦੀ ਗੱਲ ਕਰਦੇ ਸੀਗੇ। ਸੋ 2364 ਔਰ 22 ਪੋਸਟਾਂ ਨੂੰ ਪਾ ਕੇ ਕੰਸੀਡਰ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ 2364 ਭਰਤੀ ਦੇ ਵਾਸਤੇ ਵੀ ਤੁਸੀਂ ਦੇਖ ਸਕਦੇ ਹੋ ਯੂਨੀਅਨ ਵੱਲੋਂ, ਚਾਹੇ ਜਿਹੜੀਆਂ RA ਹੈ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਪੂਰਾ ਦਬਾਅ ਬਣਾ ਕੇ ਉਹ ਵੀ ਲਗਵਾਈ ਗਈ। ਪ੍ਰਤੀਕ ਗੁਪਤਾ ਜੀ ਜਿਹੜੇ ਹੈਗੇ ਸੀਨੀਅਰ ਐਡਵੋਕੇਟ ਜਿਹੜੇ ਹੈ ਉਹ ਵੀ ਕਰੇ ਗਏ ਤਾਂ ਜੋ 2364 ਭਰਤੀ ਵੀ ਜਿਹੜੀ ਹੈਗੀ ਆ ਉਹ ਬਹਾਲ ਕਰਵਾਈ ਜਾ ਸਕੇ। ਦੂਸਰੀ ਗੱਲ, 6635 ਦੇ ਲਗਭਗ ਦਸੰਬਰ ਦੇ ਵਿੱਚ ਜਿਹੜੇ ਆਗੂਆਂ ਦਾ ਸਭ ਦਾ ਨੰਬਰ ਲਗਭਗ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੈਗੇ ਕਿ ਉਹ ਸੋਚ ਨਹੀਂ ਰਹੇ ਹੈਗੇ, ਤਾਂ ਉਹਨਾਂ ਨੂੰ ਤਾਂ ਉਦੋਂ ਹੀ ਕਲੀਅਰ ਹੋ ਗਿਆ ਸੀਗਾ ਕਿ ਸਾਡਾ ਨੰਬਰ ਆ ਰਿਹਾ ਹੈ। ਤਾਂ ਉਸ ਤੋਂ ਬਾਅਦ ਇੰਨੀ ਲੰਮੀ ਲੜਾਈ ਲੜਨੀ, 6635 ਪੋਸਟਾਂ ਦੇ ਵਿੱਚ 4000 ਪੋਸਟਾਂ ਦੇ ਵਾਧਾ ਮੰਗ ਨੂੰ ਲੈ ਕੇ ਜਿਹੜਾ ਹੈ ਉਹ ਗੱਲਬਾਤ ਚੱਲੀ। ਲੇਕਿਨ ਅੱਗੋਂ ਜਦੋਂ ਸਿੱਖਿਆ ਮੰਤਰੀ ਨਾਲ ਔਰ ਸਰਕਾਰ ਨਾਲ ਜਦੋਂ ਰਾਬਤਾ ਹੁੰਦਾ ਸੀਗਾ ਤਾਂ ਉੱਥੇ ਇਹੀ ਜਵਾਬ ਹੁੰਦਾ ਸੀ ਕਿ ਭਰਤੀ ਤੁਹਾਡੀ ਕੋਰਟ ਦੇ ਵਿੱਚ ਹੈ ਔਰ ਰੂਲ ਦੇ ਅਕੋਰਡਿੰਗ ਵੀ ਜਿਹੜਾ ਹੈਗਾ ਅਸੀਂ ਜਿਹੜਾ ਉਹ ਵਾਧਾ ਨਹੀਂ ਕਰ ਸਕਦੇ ਹੈਗੇ। ਸੋ ਉਹ ਵਾਧਾ ਨਾ ਹੋਇਆ ਔਰ ਉੱਥੋਂ ਜਿਹੜਾ ਹੈਗਾ ਉਹ ਪੋਸਟਾਂ ਇੱਕ ਵੱਡੀ ਤਾਦਾਦ ਵਿੱਚ ਲੈਣੇ ਦੀ ਜਿਹੜਾ ਉਹ ਗੱਲ ਚੱਲੀ। ਔਰ ਖੁਦ ਤੁਸੀਂ ਦੇਖਿਆ ਕਿ ਜਨਵਰੀ ਦੇ ਵਿੱਚ ਜਿਹੜਾ ਹੈਗਾ ਜਦੋਂ ਕੋਡ ਆਫ ਕੰਡਕਟ ਲਾਗੂ ਹੁੰਦਾ ਗਿਆ ਤਾਂ ਆਪਾਂ ਨੂੰ ਚਲੋ ਉਸ ਸਮੇਂ ਪੋਰਟਲ ਓਪਨ ਦਾ ਜਿਹੜਾ ਹੈਗਾ ਉਹ ਭਰੋਸਾ ਮਿਲਿਆ ਸੀ। ਚਲੋ ਪੋਰਟਲ ਓਪਨ ਨਹੀਂ ਹੋਇਆ, ਲੇਕਿਨ ਅਖਬਾਰ ਦੇ ਵਿੱਚ 5994 ਦਾ ਜਿਹੜਾ ਹੈਗਾ ਉਹ ਆਪਾਂ ਨੂੰ ਇਸ਼ਤਿਹਾਰ ਜਿਹੜਾ ਹੈਗਾ ਉਹ ਜ਼ਰੂਰ ਮਿਲਿਆ। ਸੋ ਜਿਸ ਦੇ ਬਲਬੂਤੇ ਤੇ ਅੱਜ ਵੀ ਆਪਾਂ ਜਿਹੜਾ ਹੈਗਾ ਹੁਣ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੋਏ, ਚਾਹੇ ਪਹਿਲਾਂ ਮੀਤ ਹੇਰ ਸੀ, ਚਾਹੇ ਹੁਣ ਹਰਜੋਤ ਬੈਂਸ ਜਿਹੜੇ ਹੈ ਉਹਨਾਂ ਦੇ ਨਾਲ ਜਿਹੜਾ ਉਹ ਆਪਾਂ
ਗੱਲ ਕਰ ਰਹੇ ਹੈਗੇ ਆ। ਤਾਂ ਇਹ ਪਹਿਲੀ ਜਥੇਬੰਦੀ ਹੈਗੀ ਹੈ ਜਿਹੜੀ ਲਗਾਤਾਰ ਇੱਕ ਹੀ ਜਿਹੜੇ ਆਪਣੇ ਸੂਬਾ ਪ੍ਰਧਾਨ ਦੀਪਕ ਕੰਬੋਜ ਜੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੰਨੀ ਲੰਮੀ ਲੜਾਈ ਲੜ ਰਹੀ ਹੈਗੀ ਹੈ। ਤਾਂ ਮੈਂ ਤੁਹਾਨੂੰ ਭੈਣ ਜੀ ਦੱਸ ਦਿਆਂ, ਬਹੁਤ ਹੀ ਸਤਿਕਾਰਿਤ ਹੈਗੀ ਹੋ ਤੁਸੀਂ, ਤਾਂ ਪਤਾ ਨਹੀਂ ਵੱਡੀ ਭੈਣ ਹੋ ਕਿ ਛੋਟੀ, ਲੇਕਿਨ ਇੰਨੀ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਭੈਣੇ ਜਿਹੜੀ 2016 ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਉਸ ਸਮੇਂ ਇੱਕ ਜਥੇਬੰਦੀ ਨੇ ਉਹ ਭਰਤੀ ਪੂਰੀ ਨਹੀਂ ਕਰਵਾਈ ਹੈਗੀ। ਤਾਂ ਉਸ ਸਮੇਂ ਉਹ ਯੂਨੀਅਨ ਜਿਹੜੀ ਹੈ 3 ਗਰੁੱਪਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਵਿੱਚ ਜਿਹੜਾ ਉਹਦੀ ਅਗਵਾਈ ਹੋਈ। ਤਾਂ ਉਹਦੇ ਵਿੱਚ 3 ਜਥੇਬੰਦੀਆਂ ਨੇ ਕੰਮ ਕਰਿਆ, ਫਿਰ ਜਾ ਕੇ 4500 2005 6505 ਭਰਤੀ ਪੂਰੀ ਹੋਈ। ਔਰ ਉਹਨਾਂ ਦੇ ਵਿੱਚ ਅਸੀਂ ਨੇ ਵੀ, ਮੈਂ ਖੁਦ ਜਿਹੜਾ ਜੈ ਸਿੰਘ ਵਾਲਾ ਮੋਰਚਾ ਜਿਹੜਾ 9 ਮਹੀਨੇ ਸੰਭਾਲਿਆ ਸੀਗਾ, ਬਾਦਲ ਪਿੰਡ ਵੀ ਰਹੇ ਹੈਗੇ ਆ ਜਦੋਂ 4500 ਦੀ ਪਹਿਲੀ ਲਿਸਟ ਪਵਾਈ, ਫਰੀਦਕੋਟ ਜੇਲ੍ਹ ਵੀ ਰਹੇ ਆ, ਚੰਡੀਗੜ੍ਹ ਵੜਿਆਜ ਜੇਲ੍ਹ ਵਿੱਚ ਵੀ ਰਹੇ ਹੈਗੇ ਆ। ਔਰ 28 ਫਰਵਰੀ 2022 ਤੱਕ ਜਿਹੜਾ ਹੈਗਾ ਉਹ ਤਰੀਕਾਂ ਵੀ ਭੁਗਤੀਆਂ, ਹਰ ਮਹੀਨੇ ਪੇਸ਼ੀ ਜਿਹੜੀ ਚੰਡੀਗੜ੍ਹ ਵੀ ਹੁੰਦੀ ਸੀਗੀ। ਸੋ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ, ਇਹ ਉਹ ਜਥੇਬੰਦੀ ਹੈ ਜਿਸ ਨੇ ਲਗਾਤਾਰ ਜਿਹੜੀ ਹੈਗੀ ਹੈ ਉਹ ਆਪਣੇ ਕੈਡਰ ਦੇ ਪ੍ਰਤੀ ਜਿਹੜਾ ਹੈ ਉਹ ਫਿਕਰਮੰਦੀ ਦਿਖਾਈ ਹੈਗੀ ਹੈ। ਲੇਕਿਨ ਅੱਜ ਜੇਕਰ ਫਿਰ ਵੀ ਆਪਣਾ ਇੰਨੀ ਲੰਮੀ ਲੜਾਈ ਲੜਨ ਤੋਂ ਬਾਅਦ ਵੀ ਜੇਕਰ ਅੱਜ 2364 ਇੱਕ ਤਾਂ ਕੈਂਸਲ ਹੋਣੇ ਦੀ ਵਜ੍ਹਾ ਕਰਕੇ ਆਪਾਂ ਕਹਿ ਸਕਦੇ ਹਾਂ ਆਪਾਂ ਨੂੰ ਜ਼ਿਆਦਾ ਨਮੋਸ਼ੀ ਝੱਲਣੀ ਪਈ, ਕਿਉਂਕਿ ਉਹਦੇ ਵਿੱਚ ਆਪਣੇ ਸਾਥੀਆਂ ਦਾ ਨੰਬਰ ਨਾ ਆਇਆ। ਦੂਸਰਾ, ਇਸ ਦੇ ਵਿੱਚ ਵੀ ਆਪਣੇ ਕੁਝ ਸਾਥੀ ਜਿਹੜੇ ਹੈਗੇ ਆ ਉਹਨਾਂ ਦਾ ਨੰਬਰ ਨਾ ਆਉਣ ਦੀ ਵਜ੍ਹਾ ਕਰਕੇ, ਕਿਉਂਕਿ ਅਜੇ ਭਰਤੀ ਜਿਹੜੀ ਹੈ ਅਜੇ ਵੀ ਕੰਪਲੀਟ ਨਹੀਂ ਹੋਈ, ਅਜੇ ਇਸਨੇ ਪੂਰੇ ਹੋਣਾ ਹੈਗਾ। ਉੱਧਰੋਂ ਅਜੇ 994 ਦਾ ਪੋਰਟਲ ਓਪਨ ਨਹੀਂ ਹੋਇਆ ਹੈਗਾ। ਸੋ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਵਾਹਿਗੁਰੂ ਕਰੇ ਕਿ 23 ਤਰੀਕ ਆਪਣੀ ਜਿਹੜੀ ਹੁਣ ਹੀਰਿੰਗ ਹੋਣੀ ਹੈ ਆਪਣੀ 2364 ਭਰਤੀ ਬਹਾਲ ਹੋਵੇ। ਉਹ ਵੀ ਜਦੋਂ ਆਪਣੀ ਨਰੋਲ ETT ਪੂਰੀ ਹੋਊਗੀ ਤਾਂ ਉਸ ਤੋਂ ਬਾਅਦ ਜਦੋਂ ਉਹ 2300 ਬੰਦੇ ਲਗਭਗ ਲੱਗਣਗੇ ਤਾਂ ਫਿਰ ਜਾ ਕੇ ਆਪਣੇ ਵੀ ਮਨ ਨੂੰ ਤਸੱਲੀ ਹੋਊਗੀ। ਸੋ ਉਸ ਤੋਂ ਬਾਅਦ ਫਿਰ ਵੀ ਆਪਣੇ ਸਾਥੀ ਰਹਿ ਰਹੇ ਆ ਤਾਂ ਯੂਨੀਅਨ ਜਿਹੜੀ ਹੈ ਉਹ ਪੈਰਵਾਈ ਕਰ ਰਹੀ ਹੈ। 994 ਦਾ ਪੋਰਟਲ ਜਿਹੜਾ ਹੈ, ਉਮੀਦ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਜਿਹੜਾ ਹੈ ਆਪਣਾ ਉਹ ਪੋਰਟਲ ਵੀ ਓਪਨ ਹੋਊਗਾ ਤਾਂ ਸਾਨੂੰ ਜਿਹੜਾ ਇਸ ਚੀਜ਼ ਦਾ ਜਵਾਬ ਮਿਲ ਜੂਗਾ ਕਿ ਯੂਨੀਅਨ ਨੂੰ ਫਿਕਰ ਹੈਗਾ ਕਿ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਜਾਲੀ ਡਿਗਰੀਆਂ ਦੀ ਗੱਲ ਕਰਦੇ ਹੈਗੇ ਆ, ਤਾਂ ਜਾਲੀ ਡਿਗਰੀਆਂ ਦੇ ਉੱਪਰ ਇੱਕ ਤਾਂ ਮੇਰੀ ਸਾਰੇ ਮੇਰੇ ਭੈਣਾਂ ਭਾਈਆਂ ਨੂੰ ਜਿਹੜੇ ਗਰੁੱਪਾਂ ਵਿੱਚ ਵੀ ਬੋਲਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਾਲੀ ਡਿਗਰੀ ਦਾ ਇੱਕ ਤਾਂ ਇਹ ਹੈ ਕਿ ਆਪਾਂ ਨੂੰ ਕੋਈ ਨਾ ਕੋਈ, ਤੁਸੀਂ ਜਾਲੀ ਡਿਗਰੀ ਕਹਿੰਦੇ ਕਿਸ ਨੂੰ ਹੈਗੇ ਹੋ, ਹੈ ਨਾ? ਜਾਲੀ ਡਿਗਰੀ ਤੁਸੀਂ ਕਿਹਨੂੰ ਮੰਨਦੇ ਹੈਗੇ ਹੋ? ਅਦਰ ਸਟੇਟ ਨੂੰ ਮੰਨਦੇ ਹੈਗੇ ਹੋ? ਤਾਂ ਅਦਰ ਸਟੇਟ ਨੂੰ ਜੇਕਰ ਮੰਨਦੇ ਹੋ ਤਾਂ ਜਾਲੀ ਡਿਗਰੀ ਦੇ ਵਿੱਚ ਤਾਂ ਆਪਣੇ ਫਿਰ ਜੰਮੂ ਵਾਲੇ ਜਿਹੜੇ ਭੈਣਾਂ ਭਾਈ ਜਿਨ੍ਹਾਂ ਨੇ ਜੰਮੂ ਤੋਂ ETT ਕੀਤੀ ਹੋਈ ਹੈ ਫਿਰ ਤਾਂ ਉਹ ਵੀ ਜਾਲੀ ਡਿਗਰੀ ਦੇ ਵਿੱਚ ਕੰਸੀਡਰ ਹੁੰਦੇ ਆ। ਸੋ ਜਾਲੀ ਡਿਗਰੀ ਆਪਾਂ ਨੂੰ ਪਹਿਲਾਂ ਤਾਂ ਉਸ ਚੀਜ਼ ਨੂੰ ਸਾਬਿਤ ਕਰਨਾ ਪਊਗਾ ਕਿ ਜਾਲੀ ਡਿਗਰੀ ਐਕਚੁਅਲ ਦੇ ਵਿੱਚ ਹੈ ਕੀ। ਜੇ ਜਾਲੀ ਡਿਗਰੀ ਨੂੰ ਤੁਸੀਂ ਅਦਰ ਸਟੇਟ ਨੂੰ ਲੈ ਕੇ ਚੱਲਦੇ ਹੋ ਤਾਂ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ, ਜਾਂ ਕੁਝ ਕਹਿ ਰਹੇ ਸੀਗੇ ਕਿ B.Ed ਦੀ ਥਾਂ ਤੇ ETT ਦੀ ਡਿਗਰੀ ਬਣੀ ਹੈ, ਤਾਂ ਵੀਰੇ ਉਹ ਤੁਹਾਨੂੰ ਸਬੂਤ ਦੇਣਾ ਪੈਣਾ ਕਿ B.Ed ਦੀ ਥਾਂ ਤੇ ਇਹਦੇ ਕੋਲ ਪਹਿਲਾਂ ਇਹਨੇ ਫਾਰਮ ਜਦੋਂ ਭਰਿਆ ਸੀ ਉਦੋਂ B.Ed ਸੀ, ਬਾਅਦ 'ਚ ਇਹਨੇ ETT ਦੀ ਡਿਗਰੀ ਬਣਵਾ ਲਈ, ਜਾਂ ਕਿਸੇ ਨੇ ਸਕੈਨ ਕਰਕੇ ਲਗਾ ਦਿੱਤੀ ਹੈ। ਉਹ ਆਪਾਂ ਨੂੰ ਕੋਈ ਨਾਮ ਦੇਣੇ ਪੈਣਗੇ। ਜਥੇਬੰਦੀ ਉੱਥੇ ਤੁਹਾਡੇ ਨਾਲ ਹੈ ਔਰ ਡਿਪਾਰਟਮੈਂਟ ਵੀ ਇਸ ਚੀਜ਼ 'ਤੇ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ UGC ਤੋਂ ਅਪਰੂਵਡ ਹੈ ਤਾਂ ਉਹਦੇ ਤੋਂ ਬਾਹਰ ਜਾ ਕੇ ਡਿਪਾਰਟਮੈਂਟ ਕੁਝ ਵੀ ਨਹੀਂ ਕਰ ਰਿਹਾ ਹੈਗਾ। ਉੱਥੇ ਵੀ ਜੋ ਅਫਸਰ ਅਧਿਕਾਰੀ ਬੈਠੇ ਹੈਗੇ ਹੈ ਬਹੁਤ ਹਾਇਰ ਉੱਚ ਉਹਨਾਂ ਦੀ ਕੁਆਲੀਫਿਕੇਸ਼ਨ ਹੈਗੀ ਹੈ। ਸੋ ਜਿਹੜੀ ਚੀਜ਼ ਹੋ ਰਹੀ ਹੈਗੀ ਹੈ ਅਕੋਰਡਿੰਗ ਟੂ ਰੂਲ ਹੋ ਰਹੀ ਹੈ। 18-20 ਬਾਰੇ ਵੀ ਤੁਸੀਂ ਬੋਲ ਰਹੇ ਹੈਗੇ ਸੀਗੇ, ਤਾਂ 18 ਵੀ ਦੇਖੋ ਓਪੋਜੀਸ਼ਨ ਦੇ ਵਿੱਚ ਵੀ ਕੇਸ ਲੱਗਿਆ ਕਢਵਾਉਣ ਦੇ ਲਈ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਹੈ ਜੋ ਸਰਕਾਰ ਹਾਈ ਕੋਰਟ ਦੀ ਜੋ ਜੱਜਮੈਂਟ ਸੀ ਉਹਦੇ ਅਕੋਰਡਿੰਗ ਹੋਇਆ, NCT ਦੇ ਰੂਲਾਂ ਦੇ ਅਕੋਰਡਿੰਗ ਹੋਇਆ। ਉੱਥੇ ਜਥੇਬੰਦੀ ਕੀ ਕਰ ਸਕਦੀ ਹੈਗੀ ਸੀਗੀ। ਤੀਸਰੀ ਜਿਹੜੀ ਹੈ NIOS ਤੇ ਵੀ ਤੁਸੀਂ ਕਹਿੰਦੇ ਸੀਗੇ। ਸੋ ਇਹਨਾਂ ਚੀਜ਼ਾਂ ਦੇ ਕੀ ਇਹ ਜਥੇਬੰਦੀ ਨੇ ਜਾ ਕੇ ਜਿਹੜਾ ਹੈਗਾ ਉੱਪਰ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਉਹ ਆਹ ਕਰ ਦਿਓ। ਸੋ ਅਸੀਂ ਆਪਣੇ ਹਿਸਾਬ ਨਾਲ ਸਾਰੇ ਸੋਚ ਰਹੇ ਹੈਗੇ ਹਾਂ, ਲੇਕਿਨ ਤੁਸੀਂ ਮੂਹਰੇ ਲੱਗੇ ਜਿਹੜੇ ਬੰਦੇ ਹੈਗੇ ਉਹਨਾਂ ਦੀ ਥਾਂ ਤੇ ਵੀ ਆ ਕੇ ਸੋਚ ਕੇ ਦੇਖੋ। ਹਾਲਾਂਕਿ ਆ ਪਿੱਛੇ 31 ਨੂੰ ਇੱਕ ਪ੍ਰੋਟੈਸਟ ਹੋਇਆ ਸੀਗਾ, ਜਿਹੜੇ ਤੁਸੀਂ ਸਾਥੀਆਂ ਦਾ ਨਾਮ ਲੈ ਰਹੇ ਹੋ ਯੂਨੀਅਨ ਆਗੂ ਨਹੀਂ ਸੋਚ ਰਹੇ, ਉਹ ਸਾਰੇ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੈਗੇ ਸੀਗੇ। ਲੇਕਿਨ ਟੋਟਲ ਗਿਣਤੀ ਜਿਹੜੀ ਹੈਗੀ ਹੈ ਉੱਥੇ ਲਗਭਗ 55 ਤੋਂ 70 ਦੇ ਵਿੱਚ ਪਹੁੰਚੀ ਹੈਗੀ ਹੈ। ਪੈਸਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਲੱਗਿਆ ਹੈ, ਤਾਂ ਹਾਈ ਕੋਰਟ ਦੇ ਵਿੱਚ ਨਰੋਲ ETT ਦੀ ਭਰਤੀ ਜਿਹੜੀ ਹੈ 66-35 ਹੋ ਰਹੀ ਹੈ। ਜਦੋਂ 5 ਤੋਂ 6 ਸਟੇਟਾਂ ਦੇ ਵਿੱਚ B.Ed ਲੱਗ ਗਈ ਸੀਗੀ ਤਾਂ ਉਸ ਸਮੇਂ ਦੇ ਵਿੱਚ ਜਦੋਂ NCT UGC ਯੂਨੀਅਨ ਆਫ ਇੰਡੀਆ
ਜਿਹੜੀ ਹੈ ਔਰ ਪੰਜਾਬ ਸਰਕਾਰ ਜਦੋਂ ਬੀਐਡ ਦੇ ਹੱਕ ਦੇ ਵਿੱਚ ਸੀਗੀ ਤਾਂ ਉਸ ਸਮੇਂ ਦੇ ਵਿੱਚ ਤੁਹਾਡੇ ਵਾਸਤੇ ਨਰੋਲ ਈਟੀਟੀ ਦੀ ਭਰਤੀ ਹੋ ਰਹੀ ਹੈਗੀ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਸਾਨੂੰ ਥੋੜ੍ਹਾ ਜਿਹਾ ਇਸ ਚੀਜ਼ ਨੂੰ ਸਮਝਣਾ ਵੀ ਚਾਹੀਦਾ ਹੈਗਾ ਕਿ ਸਾਨੂੰ ਐਵੇਂ ਨਹੀਂ ਕਿ ਅਸੀਂ ਘਰੇ ਬੈਠੇ ਜੋ ਸਾਡੇ ਮਨ ਵਿੱਚ ਆਉਂਦਾ ਹੈਗਾ ਅਸੀਂ ਬੋਲੀ ਜਾਂਦੇ ਹੈਗੇ ਹਾਂ, ਜੋ ਸਾਡਾ ਜੀਅ ਕਰਦਾ ਹੈ ਉਹੀ ਅਸੀਂ ਕਿਸੇ ਵੀ ਤਰ੍ਹਾਂ ਦੇ ਸੁਣੀ ਸੁਣਾਈ ਗੱਲ 'ਤੇ ਜਿਹੜਾ ਹੈਗਾ ਉਹ ਅਸੀਂ ਇਲਜ਼ਾਮਬਾਜ਼ੀ ਕਰ ਰਹੇ ਹੈਗੇ ਹਾਂ। ਸੋ ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ। ਜੇਕਰ ਕਿਸੇ ਦਾ ਕੋਈ ਸਵਾਲ ਵੀ ਹੁੰਦਾ ਹੈਗਾ ਤਾਂ ਤੁਸੀਂ ਬਾਈ ਨੇਮ ਕਰੋ। ਸਟੇਟ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਤੁਹਾਡੇ ਤੋਂ ਭੱਜਿਆ ਨਹੀਂ ਹੈਗਾ। ਅੱਜ ਵੀ ਇਹੀ ਗੱਲ ਕਹਿੰਦੇ ਹੈਗੇ ਆ, ਜੇਕਰ ਫਿਕਰ ਹੈਗਾ ਸੀਗਾ ਤਾਂ ਪਿੱਛੇ 3 ਵਾਰੀ ਜਿਹੜਾ ਹੈਗਾ ਜਦੋਂ ਸੁਪਰੀਮ ਕੋਰਟ ਦੀ ਆਪਣੀ ਤਰੀਕ ਹੋਣੀ ਸੀਗੀ ਤਾਂ ਉਹਦੇ ਵਾਸਤੇ ਵੀ ਆਡੀਓ ਪਾਈਆਂ, ਉੱਥੇ ਵੀ ਤੁਹਾਨੂੰ ਰਾਜਸਥਾਨ ਵਾਲੇ ਖਾਤੇ ਦੇ ਵਿੱਚ ਫੰਡ ਦੀ ਹੈਲਪ ਦੀ ਮਦਦ ਮੰਗੀ, ਕਿਉਂਕਿ ਜੇਕਰ ਉੱਥੇ ਬੀਐਡ ਜਿੱਤਦੇ ਸੀਗੇ ਤਾਂ ਸਾਨੂੰ ਪਤਾ ਹੈਗਾ ਸੀਗਾ ਕਿ ਸਾਡੇ ਥੱਲੇ ਵਾਲੇ ਸਾਥੀਆਂ ਦਾ ਵੀ ਨੰਬਰ ਨਹੀਂ ਆਉਣਾ। 994 ਦੇ ਵਿੱਚ ਵੀ ਸਿੱਧੇ ਤੌਰ 'ਤੇ ਬੀਐਡ ਜਿਹੜੀ ਹੈਗੀ ਹੈ ਉਹ ਐਂਟਰ ਹੋਊਗੀ। ਜੇ ਫਿਕਰ ਹੈਗਾ ਤਾਂ ਹੀ ਅੱਜ ਵੀ ਜਿਹੜਾ ਸੁਪਰੀਮ ਕੋਰਟ ਦੀ ਪੈਰਵਾਈ ਜਿਹੜੀ ਹੈਗੀ ਹੈ ਉਹ ਰਾਜਸਥਾਨ ਵਾਲੇ ਸਾਥੀਆਂ ਦੇ ਨਾਲ ਲੱਗ ਕੇ ਜਿਹੜਾ ਹੈਗਾ ਮੁਕੇਸ਼ ਰਮੇਸ਼ ਜੀ ਦੇ ਨਾਲ ਬਰਾਬਰ ਪੈਰਵਾਈ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਕਿਉਂਕਿ ਸਾਨੂੰ ਸਾਡੇ ਸਾਥੀਆਂ ਦਾ ਫਿਕਰ ਹੈ। ਸੋ 2364 ਦੀ ਪੈਰਵਾਈ ਵੀ ਇਸੇ ਵਜ੍ਹਾ ਕਰਕੇ ਚੱਲ ਰਹੀ ਹੈਗੀ ਹੈ ਜੇਕਰ ਸਾਥੀਆਂ ਦਾ ਫਿਕਰ ਹੈ। ਔਰ 994 ਦਾ ਪੋਰਟਲ ਓਪਨ ਕਰਾਉਣ ਦੇ ਵਾਸਤੇ ਜੇਕਰ ਸਾਥੀਆਂ ਦਾ ਫਿਕਰ ਹੈਗਾ ਤਾਂ ਹੀ ਜਿਹੜਾ ਹੈਗਾ ਲੜਾਈ ਚੱਲ ਰਹੀ ਹੈ, ਕਿਉਂਕਿ ਸਾਥੀ ਤਾਂ ਜਿਹੜਾ ਕੁਛ ਨਿਰਾਸ਼, ਕੁਛ ਹਤਾਸ਼ ਔਰ ਕੁਛ ਹਉਮੈ ਦੀ ਵਜ੍ਹਾ ਕਰਕੇ ਵੀ ਜਿਹੜਾ ਹੈਗਾ ਆਪਸੀ ਵੀ ਜੇ ਮੇਰਾ ਨਹੀਂ ਆਇਆ ਤਾਂ ਕਿਸੇ ਦਾ ਵੀ ਨਹੀਂ ਆਉਣਾ ਚਾਹੀਦਾ ਹੈਗਾ। ਸੋ ਸਰਬੱਤ ਦਾ ਭਲਾ ਮੰਗਦੀ ਸੋਚ ਤਾਂ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ, ਚੱਲਦੀ ਰਹੂਗੀ ਔਰ ਛੇਤੀ ਹੀ ਜਿਹੜਾ ਹੈਗਾ ਉਹ ਇਸ ਦੇ ਵਿੱਚ ਜਿਹੜਾ ਜਿੱਤ ਵੀ ਹਾਸਲ ਹੋਊਗੀ। ਸੋ ਇੰਨੀਆਂ ਗੱਲਾਂ ਦੇ ਨਾਲ ਖੇਮਾ ਜੱਜ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।